ਹੈਲੋ ਸਟੂਡੈਂਟਸ, ਲਾਸਟ ਵੀਡੀਓ ਦੇ ਵਿੱਚ ਆਪਾਂ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਸਿੱਖਿਆਵਾਂ ਜਿਹੜਾ ਪਲੱਸ 2 ਦਾ ਹਿਸਟਰੀ ਦਾ ਚੌਥਾ ਲੈਸਨ ਹੈ, ਉਹਦਾ ਜਿਹੜਾ ਪਹਿਲਾ ਟੌਪਿਕ ਹੈ ਉਹ ਆਪਾਂ ਪੜ੍ਹਿਆ ਸੀ। ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਹਨਾਂ ਦੀ ਉਦਾਸੀਆਂ ਬਾਰੇ ਆਪਾਂ ਪੜ੍ਹਿਆ ਸੀ। ਹੁਣ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਕਾਲੀ ਬੇਈ ਦੇ ਵਿੱਚ ਸੱਚੇ ਗਿਆਨ ਦੀ ਪ੍ਰਾਪਤੀ ਹੋਈ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਯਾਨੀ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ। ਤਾਂ ਜਿਹੜੇ ਸੱਚੇ ਗਿਆਨ ਦੀ ਪ੍ਰਾਪਤੀ ਉਹਨਾਂ ਨੂੰ ਇਸ ਨਦੀ ਦੇ ਵਿੱਚ ਹੋਈ ਸੀ, ਉਸ ਤੋਂ ਬਾਅਦ ਉਹਨਾਂ ਨੇ ਉਦਾਸੀਆਂ ਕੀਤੀਆਂ ਅਤੇ ਜੀਵਨ ਦੇ 25 ਸਾਲ ਜਿਹੜੇ ਨੇ ਮੁੱਖ ਤੌਰ 'ਤੇ ਉਹ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਗੁਜ਼ਾਰੇ ਗਏ। ਉਹ ਲੋਕਾਂ ਨਾਲ ਗੱਲਬਾਤ ਕੀਤੀ, ਸਿੱਧੀ ਇੰਟਰੈਕਸ਼ਨ ਕੀਤੀ। ਉਹਨਾਂ ਨੂੰ ਜੋ ਗਿਆਨ ਉਸ ਸਮੇਂ ਪ੍ਰਾਪਤ ਹੋਇਆ ਸੀ ਉਸ ਦੀ ਵਿਆਖਿਆ ਉਹਨਾਂ ਨੇ ਲੋਕਾਂ ਦੇ ਵਿੱਚ ਜਾ ਕੇ ਕੀਤੀ। ਲੋਕਾਂ ਨੂੰ ਸੱਚੇ ਧਰਮ ਦਾ ਜਿਹੜਾ ਗਿਆਨ ਹੈ ਉਹ ਦਿੱਤਾ। ਹੁਣ ਇਹ ਜਿਹੜਾ ਗਿਆਨ ਦਿੱਤਾ ਸੀ ਇਹ ਕੀ ਸੀ? ਉਹਨਾਂ ਨੇ ਕੀ ਕਿਹਾ ਲੋਕਾਂ ਨੂੰ ਜਾ ਕੇ? ਧਰਮ ਬਾਰੇ ਜੋ ਗੱਲਾਂ ਉਹਨਾਂ ਨੇ ਕੀਤੀਆਂ, ਉਸ ਟਾਈਮ 'ਤੇ ਜਿਹੜਾ ਹਾਲਾਤ ਬੜੇ ਮੁਸ਼ਕਲ ਸੀ, ਲੋਕੀ ਧਾਰਮਿਕ ਅੰਧ ਵਿਸ਼ਵਾਸਾਂ 'ਚ ਫਸੇ ਹੋਏ ਸੀ, ਕੁਪ੍ਰਥਾਵਾਂ ਸਮਾਜ ਵਿੱਚ ਕਈ ਸੀ, ਉਹ ਸਾਰੀਆਂ ਨੂੰ ਉਹਨਾਂ ਨੇ ਐਡਰੈਸ ਕੀਤਾ ਹੈ। ਸਾਰੀਆਂ ਬਾਰੇ ਗੱਲ ਕੀਤੀ ਹੈ। ਰਾਜਨੀਤੀ ਬਾਰੇ, ਸਮਾਜ ਬਾਰੇ, ਸਾਡੀ ਸੰਸਕ੍ਰਿਤੀ ਬਾਰੇ ਉਹਨਾਂ ਨੇ ਗੱਲਾਂ ਕੀਤੀਆਂ। ਸਾਡੇ ਜੋ ਰੋਜ਼ਮर्रा ਦੇ ਲਾਈਫ ਹੈ ਉਹਦੇ ਬਾਰੇ ਗੱਲਾਂ ਕੀਤੀਆਂ। ਉਹ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀ ਉਦਾਸੀਆਂ ਦੇ ਦੌਰਾਨ ਲੋਕਾਂ ਨਾਲ, ਉਹ ਸਿੱਖਿਆਵਾਂ ਨੇ। ਅੱਜ ਆਪਣਾ ਜਿਹੜਾ ਇਹ ਟੌਪਿਕ ਹੈ ਹੁਣ ਅਗਲੀ ਇਸ ਵੀਡੀਓ ਦਾ, ਉਹ ਇਹੀ ਹੈ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ। ਚਲੋ ਬੱਚਿਓ, ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਅਗਲਾ ਲੈਸਨ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ। ਹੁਣ ਜਦੋਂ ਕਾਲੀ ਬੇਈ ਨਦੀ ਦੇ ਵਿੱਚ ਗਿਆਨ ਦੀ ਪ੍ਰਾਪਤੀ ਗੁਰੂ ਨਾਨਕ ਦੇਵ ਜੀ ਨੂੰ ਹੋ ਗਈ, ਤਾਂ ਉਸ ਤੋਂ ਬਾਅਦ ਜਦੋਂ ਲੋਕਾਂ ਦੇ ਵਿੱਚ ਉਹ ਵਿਚਰੇ, ਜਿਸ ਗਿਆਨ ਦੀ ਉਹਨਾਂ ਨੂੰ ਪ੍ਰਾਪਤੀ ਹੋਈ ਸੀ, ਉਸ ਗਿਆਨ ਨੂੰ ਉਹਨਾਂ ਨੇ ਉਦਾਸੀਆਂ ਦੌਰਾਨ ਲੋਕਾਂ ਤੱਕ ਪਹੁੰਚਾਇਆ। ਔਰ ਜੋ ਉਹਨਾਂ ਨੇ ਵਿਚਾਰ ਦਿੱਤੇ ਉਹਨਾਂ ਨੂੰ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਕਹਿੰਦੇ ਹਾਂ। ਉਹਨਾਂ ਬਾਰੇ ਵਿਸ਼ੇਸ਼ ਗੱਲ ਸਭ ਤੋਂ ਪਹਿਲੇ ਇਹ ਹੈ ਕਿ ਉਸ ਵੇਲੇ ਸੰਸਕ੍ਰਿਤ ਭਾਸ਼ਾ ਸਭ ਤੋਂ ਜ਼ਿਆਦਾ ਪਵਿੱਤਰ ਮੰਨੀ ਜਾਂਦੀ ਸੀ, ਲੇਕਿਨ ਗੁਰੂ ਨਾਨਕ ਦੇਵ ਜੀ ਨੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਗੱਲ ਨਾ ਕਰਕੇ ਆਮ ਭਾਸ਼ਾ ਦੇ ਵਿੱਚ ਲੋਕਾਂ ਤੱਕ ਉਹਨਾਂ ਉਪਦੇਸ਼ਾਂ ਨੂੰ ਪਹੁੰਚਾਇਆ। ਔਰ ਇਸ ਕਰਕੇ ਇਹਨਾਂ ਉਪਦੇਸ਼ਾਂ ਦਾ, ਇਹਨਾਂ ਸਿੱਖਿਆਵਾਂ ਦਾ ਜਿਹੜਾ ਪ੍ਰਭਾਵ ਹੈ ਲੋਕਾਂ ਦੇ ਮਨ 'ਤੇ ਬਹੁਤ ਜ਼ਿਆਦਾ ਪਿਆ। ਹੁਣ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਹੈ ਉਹਨਾਂ ਨੂੰ ਆਪਾਂ 4 ਹਿੱਸਿਆਂ 'ਚ ਵੰਡਦੇ ਹਾਂ। ਪਹਿਲਾ ਹੈ ਈਸ਼ਵਰ ਸੰਬੰਧੀ ਵਿਚਾਰ, ਦੂਸਰਾ ਹੈ ਈਸ਼ਵਰ ਪ੍ਰਾਪਤੀ ਦੇ ਸਾਧਨ, ਯਾਨੀ ਪਰਮਾਤਮਾ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ। ਤੀਸਰਾ ਹੈ ਸਮਾਜ ਨਾਲ ਸੰਬੰਧਿਤ ਜੋ ਉਪਦੇਸ਼, ਜੋ ਸਿੱਖਿਆਵਾਂ ਗੁਰੂ ਨਾਨਕ ਦੇਵ ਜੀ ਨੇ ਦਿੱਤੀਆਂ ਉਹ। ਔਰ ਚੌਥਾ ਹੈ ਸੱਚਖੰਡ ਦੀ ਪ੍ਰਾਪਤੀ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਵਿਅਕਤੀ ਦਾ ਜਿਹੜਾ ਅਲਟੀਮੇਟ ਮੋਟਿਵ ਹੈ ਇਸ ਦੁਨੀਆ ਦੇ ਵਿੱਚ ਆਉਣ ਦਾ, ਉਹ ਹੈ ਸੱਚਖੰਡ ਦੀ ਪ੍ਰਾਪਤੀ। ਤਾਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਈਸ਼ਵਰ ਸੰਬੰਧੀ ਜੋ ਉਹਨਾਂ ਦੇ ਵਿਚਾਰ ਨੇ, ਕਨਸੈਪਟ ਆਫ ਗॉड। ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਸ਼ੁਰੂ ਵਿੱਚ ਦਿੱਤੇ ਗਏ ਮੂਲ ਮੰਤਰ ਵਿੱਚ ਈਸ਼ਵਰ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕੀਤਾ ਹੈ। ਔਰ ਉਹਨਾਂ ਨੇ ਕਿਹਾ ਹੈ ਈਸ਼ਵਰ ਇੱਕ ਹੈ, ਉਸ ਦਾ ਨਾਂ ਹੀ ਸੱਚ ਹੈ, ਉਹ ਸੰਸਾਰ ਦੀ ਰਚਨਾ ਕਰਨ ਵਾਲਾ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਉਹ ਕਿਸੇ ਨਾਲ ਦੁਸ਼ਮਣੀ ਨਹੀਂ ਰੱਖਦਾ, ਉਹ ਨਿਰਾਕਾਰ ਹੈ, ਉਹ ਨਾ ਤਾਂ ਜਨਮ ਲੈਂਦਾ ਹੈ ਤੇ ਨਾ ਹੀ ਉਸਦੀ ਮੌਤ ਹੁੰਦੀ ਹੈ, ਔਰ ਖੁਦ ਦੀ ਰਚਨਾ ਉਸਨੇ ਖੁਦ ਹੀ ਕੀਤੀ ਹੈ। ਹੁਣ ਈਸ਼ਵਰ ਇੱਕ ਹੈ। ਸਭ ਤੋਂ ਪਹਿਲਾਂ ਤਾਂ ਈਸ਼ਵਰ ਸੰਬੰਧੀ ਜਿਹੜੀ ਗੱਲ ਵਿਸ਼ੇਸ਼ ਮੰਨੀ ਗਈ ਗੁਰੂ ਨਾਨਕ ਦੇਵ ਜੀ ਦੁਆਰਾ, ਉਹ ਹੈ ਈਸ਼ਵਰ ਇੱਕ ਹੈ। ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਪਰਮਾਤਮਾ ਸਿਰਫ ਇੱਕ ਹੈ ਔਰ ਉਸ ਦੇ ਬਰਾਬਰ ਕੋਈ ਹੋਰ ਹੋ ਨਹੀਂ ਸਕਦਾ। ਉਸੇ ਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ, ਉਹੀ ਇਸ ਦੀ ਪਾਲਣਾ ਕਰਦਾ ਹੈ ਔਰ ਉਹੀ ਇਸ ਦਾ ਵਿਨਾਸ਼ ਕਰਦਾ ਹੈ। ਗੁਰੂ ਜੀ ਨਾਨਕ ਦੇਵ ਜੀ ਨੇ ਅਵਤਾਰਾਂ, ਦੇਵੀ ਦੇਵਤਿਆਵਾਂ ਨੂੰ ਵੀ ਈਸ਼ਵਰ ਦੇ ਸਮਾਨ ਨਹੀਂ ਮੰਨਿਆ। ਉਹਨਾਂ ਨੇ ਕਿਹਾ ਪੈਗੰਬਰ ਹਜ਼ਾਰਾਂ ਹੋ ਸਕਦੇ ਨੇ, ਲੇਕਿਨ ਪਰਮਾਤਮਾ ਕੇਵਲ ਔਰ ਕੇਵਲ ਇੱਕ ਹੀ ਹੈ। ਔਰ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਪੂਜਾ ਸੰਬੰਧੀ ਵੀ ਕਿਹਾ ਹੈ ਦੂਜਾ ਕਾਹੇ ਸਿਮਰੀਏ, ਜੰਮੇ ਤੇ ਮਰ ਜਾਏ, ਏਕੋ ਸਿਮਰੋ ਨਾਨਕਾ, ਜੋ ਜਲ ਥਲ ਰਿਹਾ ਸਮਾਏ। ਕਿਉਂਕਿ ਉਸ ਵੇਲੇ ਲੋਕ ਦੇਵੀ ਦੇਵਤਾਵਾਂ, ਅਵਤਾਰਾਂ ਦੀ ਪੂਜਾ ਕਰਦੇ ਸਨ, ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੁਣ ਮੰਨਣਾ ਹੈ, ਪੂਜਾ ਅਗਰ ਕਰਨੀ ਹੈ ਤਾਂ ਸਿਰਫ ਪਰਮਾਤਮਾ ਦੀ ਹੀ ਕਿਉਂ ਨਾ ਕੀਤੀ ਜਾਏ। ਇਸ ਤਰ੍ਹਾਂ ਗੁਰੂ ਜੀ ਨੇ ਈਸ਼ਵਰ ਦੀ ਏਕਤਾ ਤੇ ਜ਼ੋਰ ਦਿੰਦੇ ਹੋਏ ਅਵਤਾਰਵਾਦ ਦਾ ਵੀ ਜ਼ੋਰਦਾਰ ਖੰਡਨ ਕੀਤਾ ਹੈ।
ਦੂਸਰੀ ਜਿਹੜੀ ਗੱਲ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਉਹ ਕਹਿੰਦੇ ਨੇ ਈਸ਼ਵਰ ਸਰਵ ਸ਼ਕਤੀਮਾਨ ਹੈ, ਸਰਵ ਵਿਆਪਕ ਹੈ ਅਤੇ ਸਰਵ ਗਿਆਤਾ ਹੈ। ਈਸ਼ਵਰ ਸਰਵ ਸ਼ਕਤੀਮਾਨ ਅਤੇ ਮਹਾਨ ਹੈ, ਉਸ ਦੀ ਇੱਛਾ ਅਨੁਸਾਰ ਹੀ ਸੰਸਾਰ ਚੱਲਦਾ ਹੈ। ਜੋ ਉਸ ਦਾ ਹੁਕਮ ਹੈ ਉਹੀ ਹੋਣਾ ਹੈ। ਉਹ ਕਣ ਕਣ ਵਿੱਚ ਸਮਾਇਆ ਹੋਇਆ ਹੈ, ਮਨੁੱਖ ਦੇ ਦਿਲ ਵਿੱਚ ਰਹਿ ਕੇ ਉਸ ਨੂੰ ਉਹ ਪ੍ਰਕਾਸ਼ਮਾਨ ਕਰਦਾ ਹੈ ਔਰ ਉਹ ਸਭ ਦਿਲਾਂ ਦੇ ਭੇਦਾਂ ਨੂੰ ਜਾਣਨ ਵਾਲਾ ਹੈ। ਤੀਸਰੀ ਜਿਹੜੀ ਗੱਲ ਗੁਰੂ ਨਾਨਕ ਦੇਵ ਜੀ ਈਸ਼ਵਰ ਬਾਰੇ ਕਹਿੰਦੇ ਨੇ, ਉਹ ਕਹਿੰਦੇ ਨੇ ਈਸ਼ਵਰ ਨਿਰਾਕਾਰ ਹੈ, ਯਾਨੀ ਉਸਦਾ ਕੋਈ ਆਕਾਰ ਨਹੀਂ ਹੈ, ਉਸਦੀ ਕੋਈ ਸ਼ੇਪ ਨਹੀਂ ਹੈ, ਉਸਦਾ ਕੋਈ ਰੰਗ ਨਹੀਂ ਹੈ, ਉਸਦੀ ਕੋਈ ਚਿੰਨ੍ਹ ਨਹੀਂ ਹੈ। ਮੂਰਤੀ ਬਣਾ ਕੇ ਉਸ ਆਕਾਰ ਵਿੱਚ ਉਸ ਨੂੰ ਸੀਮਿਤ ਕਰਨਾ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਉਹ ਉਚਿਤ ਨਹੀਂ ਹੈ। ਮੂਰਤੀ ਪੂਜਾ ਦਾ ਵੀ ਉਹਨਾਂ ਨੇ ਖੰਡਨ ਕੀਤਾ ਹੈ। ਚੌਥੀ ਗੱਲ ਜਿਹੜੀ ਉਹ ਕਹਿੰਦੇ ਨੇ ਈਸ਼ਵਰ ਸੰਬੰਧੀ, ਈਸ਼ਵਰ ਨਿਰਗੁਣ ਹੈ ਅਤੇ ਸਗੁਣ ਵੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਉਸਦਾ ਈਸ਼ਵਰ ਦਾ ਕੋਈ ਰੰਗ ਆਕਾਰ ਚਿੰਨ੍ਹ ਨਹੀਂ ਹੈ, ਕੋਈ ਰੂਪ ਨਹੀਂ ਹੈ, ਯਾਨੀ ਉਹ ਨਿਰਗੁਣ ਹੈ। ਨਾ ਤਾਂ ਉਸਦੀ ਸ਼ੁਰੂਆਤ ਕੋਈ ਜਾਣਦਾ ਹੈ, ਨਾ ਉਸਦਾ ਕੋਈ ਅਨੰਤ ਪਾ ਸਕਦਾ ਹੈ। ਪਰੰਤੂ ਪਰਮਾਤਮਾ ਇੰਨਾ ਮਨੁੱਖ ਦੇ ਮਨ ਦੇ ਨੇੜੇ ਹੈ ਕਿ ਉਸ ਨੂੰ ਮਨ ਦੇ ਅੰਦਰ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਉਹ ਸਗੁਣ ਵੀ ਹੈ। ਦਿਖਦਾ ਨਹੀਂ ਹੈ, ਉਸਦਾ ਕੋਈ ਆਕਾਰ ਨਹੀਂ ਹੈ ਤਾਂ ਨਿਰਗੁਣ ਹੈ, ਲੇਕਿਨ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਤਾਂ ਉਹ ਸਗੁਣ ਵੀ ਹੈ। ਗੁਰੂ ਨਾਨਕ ਦੇਵ ਜੀ ਈਸ਼ਵਰ ਸੰਬੰਧੀ ਜਿਹੜੀ ਹੋਰ ਇੱਕ ਵਿਸ਼ੇਸ਼ ਗੱਲ ਕਹਿੰਦੇ ਨੇ, ਉਹ ਕਹਿੰਦੇ ਈਸ਼ਵਰ ਦਿਆਲੂ ਹੈ। ਉਹ ਕਹਿੰਦੇ ਨੇ ਪਰਮਾਤਮਾ ਦਇਆ ਦਾ ਭੰਡਾਰ ਹੈ। ਉਹ ਆਪਣੀਆਂ ਰਚਨਾਵਾਂ ਵਿੱਚ ਵਾਰ-ਵਾਰ ਈਸ਼ਵਰ ਦੀ ਦਇਆ, ਕਿਰਪਾ, ਮਿਹਰ, ਨਦਰ, ਬਖਸ਼ੀਸ਼ ਆਦਿ ਸ਼ਬਦਾਂ ਦਾ ਜਿਹੜਾ ਉਹਨਾਂ ਨੇ ਹੈ ਉਹ ਉਲੇਖ ਕੀਤਾ। ਔਰ ਪਰਮਾਤਮਾ ਦੀ ਜੋ ਦਇਆ ਹੈ ਉਹੀ ਦੁੱਖਾਂ ਤੋਂ ਛੁਟਕਾਰੇ ਦਾ ਇੱਕ ਸਾਧਨ ਹੈ। ਅਗਲੀ ਗੱਲ ਈਸ਼ਵਰ ਦਾ ਹੁਕਮ। ਹੁਣ ਗੁਰੂ ਨਾਨਕ ਦੇਵ ਜੀ ਵਾਰ-ਵਾਰ ਕਹਿੰਦੇ ਨੇ ਕਿ ਜੋ ਹੁੰਦਾ ਹੈ ਉਹ ਪਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਹੈ। ਉਸਦੀ ਮਰਜ਼ੀ ਬਿਨਾਂ ਕੁਝ ਵੀ ਇਸ ਸੰਸਾਰ ਵਿੱਚ ਸੰਭਵ ਨਹੀਂ ਹੈ। ਔਰ ਜੋ ਹੁੰਦਾ ਹੈ ਉਸਦੇ ਹੁਕਮ, ਉਸਦਾ ਭਾਣਾ, ਉਸਦੀ ਰਜ਼ਾ ਦਾ ਉਲੇਖ ਉਹਨਾਂ ਨੇ ਕਿਹਾ ਹੈ। ਈਸ਼ਵਰ ਦੇ ਹੁਕਮ ਅਤੇ ਭਾਣੇ ਅੱਗੇ ਸਿਰ ਝੁਕਾ ਦੇਣਾ ਚਾਹੀਦਾ ਹੈ। ਉਹ ਕਹਿੰਦੇ ਨੇ ਤੇਰਾ ਭਾਣਾ ਮਿੱਠਾ ਲੱਗੈ, ਯਾਨੀ ਜੋ ਤੂੰ ਕਰਦਾ ਹੈ ਉਹ ਬਹੁਤ ਹੀ ਵਧੀਆ ਕਰਦਾ ਹੈ ਔਰ ਸਹੀ ਕਰਦਾ ਹੈ। ਹੁਣ ਇਹ ਤਾਂ ਗੱਲਾਂ ਗੁਰੂ ਨਾਨਕ ਦੇਵ ਜੀ ਨੇ ਈਸ਼ਵਰ ਸੰਬੰਧੀ ਕਹੀਆਂ। ਹੁਣ ਈਸ਼ਵਰ ਦੀ ਪ੍ਰਾਪਤੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ, ਉਸ ਦੀ ਪ੍ਰਾਪਤੀ ਦੇ ਸਾਧਨ ਕਿਹੜੇ ਨੇ, ਤਾਂ ਗੁਰੂ ਨਾਨਕ ਦੇਵ ਜੀ ਨੇ ਫਿਰ ਇਹ ਵਾਲੀ ਚੀਜ਼ ਵੀ ਦੱਸੀ ਹੈ। ਸਭ ਤੋਂ ਪਹਿਲਾਂ ਉਹ ਕਹਿੰਦੇ ਨੇ ਹਉਮੈ ਦਾ ਤਿਆਗ ਜਾਂ ਆਤਮ ਸਮਰਪਣ, ਯਾਨੀ ਪਰਮਾਤਮਾ ਉਸ ਨੂੰ ਪ੍ਰਾਪਤ ਹੋ ਸਕਦਾ ਹੈ ਜੋ ਹਉਮੈ ਦਾ ਔਰ ਤਿਆਗ ਕਰਕੇ ਸੱਚੇ ਮਨ ਨਾਲ ਆਦੇ ਆਪ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦਾ ਹੈ, ਆਦੇ ਹੰਕਾਰ ਦਾ ਨਾਸ਼ ਕਰ ਦਿੰਦਾ ਹੈ ਔਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਈਸ਼ਵਰ ਨੂੰ ਸੌਂਪ ਕੇ ਉਸ ਦੀ ਦਇਆ ਹੀ ਤਾਂ ਹੀ ਉਸ ਨੂੰ ਪ੍ਰਾਪਤ ਹੋ ਸਕਦੀ ਹੈ। ਪੂਰੀ ਤਰ੍ਹਾਂ ਆਤਮ ਸਮਰਪਣ ਦਾ ਭਾਵ ਕੀ ਹੈ? 5 ਦੁਸ਼ਮਣਾਂ ਜਿਨ੍ਹਾਂ ਨੂੰ ਕਹਿੰਦੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਾਰਨ ਤੋਂ ਹੈ। ਇੱਕ ਹੋਰ ਗੱਲ ਜਿਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਉਹ ਹੈ ਸਤਨਾਮ ਦਾ ਜਾਪ। ਹੁਣ ਸਤਨਾਮ ਦੇ ਜਾਪ ਤੇ ਬੜਾ ਜ਼ੋਰ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ। ਉਹਨਾਂ ਨੇ ਕਿਹਾ ਹੈ ਸਤ ਯਾਨੀ ਕਿ ਸੱਚ, ਸੱਚ ਯਾਨੀ ਕਿ ਪਰਮਾਤਮਾ। ਹੁਣ ਜਦੋਂ ਅਸੀਂ ਪਰਮਾਤਮਾ ਦੇ ਨਾਮ ਦਾ ਜਾਪ ਕਰਦੇ ਹਾਂ ਤਾਂ ਸਾਡਾ ਮਨ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ, ਸ਼ੁੱਧ ਹੋ ਜਾਂਦਾ ਹੈ। ਉਹ ਕਹਿੰਦੇ ਨੇ ਜਿਵੇਂ ਇਹ ਜਪਜੀ ਸਾਹਿਬ ਦੀ 20ਵੀਂ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਜਿਸ ਤਰ੍ਹਾਂ ਇਸ਼ਨਾਨ ਕਰਨ ਨਾਲ ਸਰੀਰ ਦੀ ਅਤੇ ਸਾਬੁਨ ਨਾਲ ਕੱਪੜੇ ਦੀ ਮੈਲ ਦੂਰ ਹੋ ਜਾਂਦੀ ਹੈ, ਉਸੇ ਤਰ੍ਹਾਂ ਸਤਨਾਮ ਦਾ ਜਾਪ ਕਰਨ ਨਾਲ ਮਨ ਦੀ ਮੈਲ ਦੂਰ ਹੋ ਜਾਂਦੀ ਹੈ। ਤਾਂ ਸਤਨਾਮ ਦੇ ਜਾਪ ਦੀ ਬੜੀ ਮਹਿਮਾ ਗੁਰੂ ਨਾਨਕ ਦੇਵ ਜੀ ਨੇ ਗਾਈ ਹੈ। ਅਗਲੀ ਜਿਹੜੀ ਵਿਸ਼ੇਸ਼ ਗੱਲ ਹੈ ਉਹ ਸਭ ਤੋਂ ਸ਼ਾਇਦ ਜ਼ਰੂਰੀ ਹੈ, ਗੁਰੂ ਦੀ ਜ਼ਰੂਰਤ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਅਗਰ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਗੁਰੂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਸੱਚਾ ਗੁਰੂ ਮਨੁੱਖ ਨੂੰ ਈਸ਼ਵਰ ਨਾਲ ਮਿਲਾ ਦਿੰਦਾ ਹੈ ਔਰ ਗੁਰੂ ਤੋਂ ਬਿਨਾਂ ਈਸ਼ਵਰ ਪਾਇਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਛੱਤ ਤੇ ਚੜ੍ਹਨਾ ਹੋਵੇ ਤਾਂ ਪੌੜੀ ਦੀ ਜ਼ਰੂਰਤ ਪੈਂਦੀ ਹੈ, ਅਗਰ ਦਰਿਆ ਤੋਂ ਪਾਰ ਜਾਣਾ ਹੋਵੇ ਤਾਂ ਕਿਸ਼ਤੀ ਦੀ ਜ਼ਰੂਰਤ ਪੈਂਦੀ ਹੈ, ਤਾਂ ਇਸ ਜਹਾਨ ਤੋਂ ਪਾਰ ਜਾਣਾ ਹੈ ਤਾਂ ਗੁਰੂ ਦੀ ਜ਼ਰੂਰਤ ਪੈਂਦੀ ਹੈ। ਮਨੁੱਖ ਨੂੰ ਗਿਆਨ ਰੂਪੀ ਅੰਧਕਾਰ ਤੋਂ ਕੱਢ ਕੇ ਗਿਆਨ ਰੂਪੀ ਰੋਸ਼ਨੀ ਵੱਲ ਕੌਣ ਲੈ ਕੇ ਜਾਂਦਾ ਹੈ? ਗੁਰੂ ਲੈ ਕੇ ਜਾਂਦਾ ਹੈ। ਗੁਰੂ ਬਿਨਾਂ ਗਤ ਨਹੀਂ। ਗੁਰੂ ਨਾਨਕ ਦੇਵ ਜੀ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ। ਹੁਣ ਇੱਕ ਹੋਰ ਤਰੀਕਾ ਜਿਸ ਤਰੀਕੇ ਨਾਲ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਸ਼ੁਭ ਕਰਮਾਂ ਤੇ ਜੋ ਚੰਗੇ ਕਰਮ ਕਰਾਂਗੇ ਤਾਂ ਫਲ ਚੰਗਾ ਮਿਲੇਗਾ, ਮਾੜੇ ਕਰਾਂਗੇ ਤਾਂ ਮਾੜਾ ਮਿਲੇਗਾ। ਇਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ। ਔਰ ਇਸ ਦੇ ਲਈ ਉਹਨਾਂ ਨੇ ਇੱਕ ਹੋਰ
ਗੱਲ ਕਹੀ ਹੈ। ਉਹਨਾਂ ਨੇ ਕਿਰਤ ਕਰਨਾ ਤੇ ਵੰਡ ਛਕਣਾ, ਇਸ ਗੱਲ ਨਾਲ ਇਮਾਨਦਾਰੀ ਨਾਲ ਕਮਾਈ ਕਰਨਾ ਔਰ ਕਮਾਈ ਨੂੰ ਵੰਡ ਕੇ ਖਾਣਾ, ਇਸ ਭਾਵਨਾ ਤੋਂ ਪ੍ਰੇਰਿਤ ਹੋਣ ਲਈ ਕਿਹਾ ਹੈ। ਤੀਸਰਾ ਜਿਹੜਾ ਆਪਾਂ ਮੇਨ ਗੱਲ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਸੰਬੰਧੀ ਕਰਦੇ ਹਾਂ, ਸਮਾਜ ਨਾਲ ਸੰਬੰਧਿਤ ਜਿਹੜੇ ਉਪਦੇਸ਼ ਉਹਨਾਂ ਨੇ ਕੀਤੇ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜ ਵਿੱਚ ਬੜੇ ਅੰਧ ਵਿਸ਼ਵਾਸ, ਕੁਪ੍ਰਥਾਵਾਂ ਔਰ ਬੜੀਆਂ ਸਮੱਸਿਆਵਾਂ ਸੀ। ਲੋਕ ਧਰਮ ਦਾ ਸਰੂਪ ਭੁੱਲ ਚੁੱਕੇ ਸੀ। ਤਾਂ ਗੁਰੂ ਨਾਨਕ ਦੇਵ ਜੀ ਨੇ ਸਮਾਜ ਨਾਲ ਸੰਬੰਧਿਤ ਜੋ ਗੱਲਾਂ ਕਹੀਆਂ ਨੇ, ਸਭ ਤੋਂ ਪਹਿਲਾਂ ਉਹਦੇ ਵਿੱਚ ਹੈ ਜਾਤ ਪਾਤ ਦਾ ਉਹਨਾਂ ਨੇ ਖੰਡਨ ਕੀਤਾ। ਉਸ ਵੇਲੇ ਲੋਕ ਜਾਤ ਪਾਤ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਸੀ, ਜਿਸ ਕਰਕੇ ਜਿਹੜੇ ਵਿਅਕਤੀ ਉਹ ਲੋਕਾਂ ਦੁਆਰਾ ਛੋਟੀ ਜਾਤ ਦੇ ਮੰਨੇ ਗਏ ਸੀ, ਉਹਨਾਂ ਦਾ ਬੜਾ ਸ਼ੋਸ਼ਣ ਹੁੰਦਾ ਸੀ ਔਰ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਦੂਬਰ ਹੋ ਚੁੱਕਿਆ ਸੀ। ਖਾਸ ਕਰ ਹਿੰਦੂ ਧਰਮ ਜਿਹੜਾ ਉਹ 4 ਜਾਤੀਆਂ ਦੇ ਵਿੱਚ, ਜਿਨ੍ਹਾਂ 'ਚ ਬ੍ਰਾਹਮਣ, ਛਤਰੀਏ, ਵੈਸ਼ ਔਰ ਸ਼ੂਦਰਾਂ ਦੇ ਵਿੱਚ ਵੰਡਿਆ ਹੋਇਆ ਸੀ। ਔਰ ਇਹ ਹੇਠਲੀ ਜਿਹੜੀ ਜਾਤੀਆਂ ਸੀ, ਲੋਕ ਉਹਨਾਂ ਨੂੰ ਅਛੂਤ ਸਮਝ ਕੇ ਉਹਨਾਂ ਤੋਂ ਨਫ਼ਰਤ ਕਰਦੇ ਸਨ, ਘ੍ਰਿਣਾ ਕਰਦੇ ਸਨ। ਛੂਤ ਛਾਤ ਦੀ ਭਾਵਨਾ ਬਹੁਤ ਜ਼ਿਆਦਾ ਸੀ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜਾਤ ਪਾਤ ਸਭ ਬੇਕਾਰ ਨੇ, ਮਨੁੱਖ ਇੱਕ ਈਸ਼ਵਰ ਦਾ ਪ੍ਰਤੀਬਿੰਬ ਹੈ, ਯਾਨੀ ਪਰਮਾਤਮਾ ਜਿਹੜੇ ਸਾਨੂੰ ਬਣਾਇਆ ਹੈ ਉਹ ਵਾਸਤਵ 'ਚ ਇੱਕੋ ਹੈ ਔਰ ਉਹਨੇ ਸਭ ਨੂੰ ਇੱਕੋ ਵਰਗਾ ਬਣਾਇਆ ਹੈ। ਔਰ ਗੁਰੂ ਜੀ ਨੇ ਇਸ ਚੀਜ਼ ਨੂੰ ਦੂਰ ਕਰਨ ਲਈ ਸੰਗਤ ਅਤੇ ਪੰਗਤ ਨਾਮ ਦੀਆਂ ਪ੍ਰਥਾਵਾਂ ਸ਼ੁਰੂ ਕੀਤੀਆਂ, ਜਿਸ ਦੇ ਨਾਲ ਜਾਤੀ ਪ੍ਰਥਾ ਨੂੰ ਗਹਿਰਾ ਧੱਕਾ ਵੱਜਿਆ। ਦੂਸਰੀ ਗੱਲ ਜਿਹੜੀ ਉਹ ਸਮਾਜ ਸੰਬੰਧੀ ਕਹਿੰਦੇ ਨੇ, ਉਸ ਵੇਲੇ ਮੰਨੇ ਜਾਂਦੇ ਸੰਨਿਆਸੀ ਜੀਵਨ ਵਿੱਚ ਅਵਿਸ਼ਵਾਸ ਗੁਰੂ ਨਾਨਕ ਦੇਵ ਜੀ ਨੇ ਦਿਖਾਇਆ, ਕਿਉਂਕਿ ਸਮਾਜ ਵਿੱਚ ਉਸ ਵੇਲੇ ਮੰਨਿਆ ਜਾਂਦਾ ਸੀ ਕਿ ਅਗਰ ਕਿਸੇ ਨੂੰ ਪਰਮਾਤਮਾ ਦੀ ਪ੍ਰਾਪਤੀ ਕੋਈ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਘਰ-ਬਾਰ ਤਿਆਗ ਕੇ ਕਠੋਰ ਤਪੱਸਿਆ ਕਰਨੀ ਪੈਂਦੀ ਹੈ, ਜੰਗਲਾਂ 'ਚ ਜਾ ਕੇ ਰਹਿਣਾ ਪੈਂਦਾ ਹੈ। ਲੇਕਿਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਵਾਸਤਵ 'ਚ ਇਹ ਧਾਰਮਿਕ ਜੀਵਨ ਨਹੀਂ ਹੈ। ਧਾਰਮਿਕ ਜੀਵਨ ਕਿਹੜਾ ਹੈ? ਸੰਸਾਰ ਵਿੱਚ ਰਹਿੰਦੇ ਹੋਏ ਸਦਾਚਾਰੀ ਤੇ ਪਵਿੱਤਰ ਜੀਵਨ ਬਤੀਤ ਕਰਨਾ। ਅਸਲ 'ਚ ਇਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹ ਹੋ ਸਕਦੀ ਹੈ। ਅੰਜਨਵਾ ਨਿਰੰਜਨ ਰਹੀਓ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਜਿਵੇਂ ਕਮਲ ਚਿੱਕੜ ਦੇ ਵਿੱਚ ਰਹਿ ਕੇ ਬੇਦਾਗ ਰਹਿੰਦਾ ਹੈ, ਨਿਸ਼ਕਲੰਕ ਰਹਿੰਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਇਸ ਦੁਨੀਆ ਦੀ ਅਪਵਿੱਤਰਤਾ ਵਿੱਚ ਰਹਿੰਦੇ ਹੋਏ ਆਪਦੇ ਆਪ ਨੂੰ ਸਦਾਚਾਰੀ ਤੇ ਪਵਿੱਤਰ ਬਣਾ ਕੇ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਪਰਮਾਤਮਾ ਜਿਹੜਾ ਹੈ ਉਹ ਸਾਨੂੰ ਮਿਲ ਸਕਦਾ ਹੈ। ਤੀਸਰੀ ਗੱਲ ਜਿਹੜੀ ਉਹਨਾਂ ਨੇ ਕਹੀ, ਕਰਮ ਅਤੇ ਆਵਾਗਮਨ ਦੇ ਸਿਧਾਂਤਾਂ ਵਿੱਚ ਵਿਸ਼ਵਾਸ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜਿਹੜੀ ਆਤਮਾ ਹੈ ਉਹ ਅਮਰ ਹੈ ਅਤੇ ਮਨੁੱਖ ਦੁਆਰਾ ਕੀਤੇ ਗਏ ਕਰਮਾਂ ਅਨੁਸਾਰ ਉਸ ਦੀ ਮੌਤ ਤੋਂ ਬਾਅਦ ਉਸ ਨੂੰ ਆਤਮਾ ਜਿਹੜੀ ਹੈ ਉਹ ਹੋਰ ਜੀਵਾਂ ਵਿੱਚ ਪ੍ਰਗਟ ਹੁੰਦੀ ਹੈ। ਜਿਸ ਮਨੁੱਖ ਦੇ ਕਰਮ ਬੁਰੇ ਹਨ ਉਸ ਨੂੰ 84 ਲੱਖ ਯੋਨੀਆਂ ਵਿੱਚ ਭਟਕਣਾ ਪੈਂਦਾ ਹੈ ਔਰ ਚੰਗੇ ਕਰਮਾਂ ਵਾਲੇ ਮਨੁੱਖ ਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਉਹ ਜਿਹੋ ਜਿਹਾ ਬੀਜ ਬੀਜਦਾ ਹੈ, ਮਨੁੱਖ ਬਾਰੇ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਉਸ ਨੂੰ ਆਪਣੇ ਚੰਗੇ ਬੁਰੇ ਕਰਮਾਂ ਦਾ ਫਲ, ਸਜ਼ਾ ਜ਼ਰੂਰ ਮਿਲਦੀ ਹੈ। ਅਗਲੀ ਜੋ ਗੱਲ ਗੁਰੂ ਨਾਨਕ ਦੇਵ ਜੀ ਸਮਾਜ ਸੰਬੰਧਿਤ ਉਪਦੇਸ਼ਾਂ ਦੇ ਵਿੱਚ ਕਹਿੰਦੇ ਨੇ, ਉਹ ਕਹਿੰਦੇ ਨੇ ਪੁਰੋਹਿਤਵਾਦ ਜਿਹੜਾ ਹੈ ਉਹ ਸਮਾਜ ਲਈ ਚੰਗਾ ਨਹੀਂ ਹੈ। ਪੁਰੋਹਿਤਵਾਦ ਦਾ ਉਹ ਵਿਰੋਧ ਕਰਦੇ ਨੇ ਝੂਠੇ ਅਡੰਬਰਾਂ ਦੇ ਵਿੱਚ, ਕਿਉਂਕਿ ਪੁਰੋਹਿਤਵਾਦ ਸਮਾਜ ਨੂੰ ਫਸਾ ਰਿਹਾ ਸੀ ਔਰ ਆਮ ਤੌਰ 'ਤੇ ਜਿਹੜੇ ਐਸ਼ੋ ਆਰਾਮ ਦਾ ਖੁਦ ਜਿਹੜੇ ਉਹ ਜੀਵਨ ਬਤੀਤ ਕਰਦੇ ਸੀ। ਗੁਰੂ ਸਾਹਿਬ ਨੇ ਆਪਣੀਆਂ ਧਾਰਮਿਕ ਯਾਤਰਾਵਾਂ ਦੌਰਾਨ ਵੀ ਅਨੇਕਾਂ ਸਥਾਨਾਂ 'ਤੇ ਇਹਨਾਂ ਦੇ ਪਖੰਡਾਂ ਦੀ ਪੋਲ ਜਿਹੜੀ ਹੈ ਉਹ ਖੋਲ੍ਹ ਕੇ ਲੋਕਾਂ ਨੂੰ ਧਰਮ ਦਾ ਜਿਹੜਾ ਅਸਲੀ ਰਾਹ ਹੈ ਉਹ ਦਿਖਾਇਆ ਸੀ। ਗੁਰੂ ਸਾਹਿਬ ਨੇ ਸੰਸਕ੍ਰਿਤ ਅਤੇ ਹੋਰ ਕਿਸੇ ਭਾਸ਼ਾ ਨੂੰ ਪਵਿੱਤਰ ਨਾ ਮੰਨਦੇ ਹੋਏ ਪੁਰੋਹਿਤਵਾਦ 'ਤੇ ਸੱਟ ਪਹੁੰਚਾਈ, ਕਿਉਂਕਿ ਪੁਰੋਹਿਤ ਲੋਕ, ਪੰਡਿਤ ਲੋਕ ਜਿਹੜੇ ਸੀ ਉਹ ਸੰਸਕ੍ਰਿਤ ਖੁਦ ਜਾਣਦੇ ਸੀ। ਉਹ ਸੰਸਕ੍ਰਿਤ ਨੂੰ ਸਰਵੋੱਚ ਭਾਸ਼ਾ, ਉੱਚ ਭਾਸ਼ਾ, ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਉਹ ਰਸਤਾ ਦੱਸਦੇ ਸੀ। ਤੇ ਗੁਰੂ ਨਾਨਕ ਦੇਵ ਜੀ ਨੇ ਇਸ ਚੀਜ਼ ਤੋਂ ਇਨਕਾਰ ਕੀਤਾ, ਪੁਰੋਹਿਤਵਾਦ ਨੂੰ ਸੱਟ ਮਾਰੀ। ਅਗਲੀ ਜਿਹੜੀ ਗੱਲ ਉਹ ਕਹਿੰਦੇ ਨੇ ਖੋਖਲੇ ਰੀਤੀ ਰਿਵਾਜ਼ਾਂ ਦਾ ਖੰਡਨ ਗੁਰੂ ਨਾਨਕ ਦੇਵ ਜੀ ਕਰਦੇ ਨੇ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਸਮਾਜ ਵਿੱਚ ਪ੍ਰਚਲਿਤ ਜੋ ਖੋਖਲੇ ਰੀਤੀ ਰਿਵਾਜ, ਅੰਧ ਵਿਸ਼ਵਾਸ ਸੀ, ਉਹਨਾਂ ਦਾ ਜ਼ੋਰਦਾਰ ਖੰਡਨ ਕੀਤਾ ਔਰ ਲੋਕਾਂ ਨੂੰ ਧਰਮ ਦਾ ਅਸਲੀ ਰੂਪ ਸਮਝਾਇਆ। ਹੁਣ ਇਹ ਕੀ ਕਰਦੇ ਸੀ? ਯੱਗ ਕਰਨਾ, ਬਲੀ ਦੇਣਾ, ਸੂਰਜ ਨੂੰ ਪਾਣੀ ਦੇਣਾ, ਤੀਰਥ ਸਥਾਨਾਂ ਦੀਆਂ ਸੈਰਾਂ ਕਰਨਾ ਨੂੰ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਕਿ ਬੇਕਾਰ ਨੇ। ਵਾਸਤਵ ਸਦਾਚਾਰੀ ਜੀਵਨ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਸੰਭਵ ਨਹੀਂ ਹੈ। ਗੁਰੂ ਸਾਹਿਬ ਨੇ ਆਪਣੇ ਸਮੇਂ ਜੋਗੀਆਂ ਤੇ ਸਾਧੂਆਂ ਨੂੰ ਵੀ ਉਪਦੇਸ਼ ਦਿੱਤਾ ਕਿ ਸਰੀਰ ਤੇ ਕੇਵਲ ਰਾਖ ਮਲਣ ਨਾਲ, ਮੱਥਿਆਂ ਤੇ ਟਿੱਕੇ ਲਾ ਲੈਣ ਨਾਲ, ਭਗਵੇਂ ਕੱਪੜੇ ਪਾ ਲੈਣ ਨਾਲ, ਘਰ ਦਾ ਤਿਆਗ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਬਲਕਿ ਸਬਰ, ਸੰਤੋਖ, ਸੱਚ, ਖਿਮਾ ਦੇ ਸਦਗੁਣਾਂ ਨਾਲ ਪਰਮਾਤਮਾ ਪ੍ਰਾਪਤ ਹੋ ਸਕਦਾ ਹੈ। ਮੂਰਤੀ ਪੂਜਾ ਦਾ ਖੰਡਨ ਪਹਿਲਾਂ ਵੀ ਆਪਾਂ ਗੱਲ ਕੀਤੀ। ਗੁਰੂ ਨਾਨਕ ਦੇਵ ਜੀ ਮੂਰਤੀ ਪੂਜਾ ਦੇ ਵਿਰੋਧ ਵਿੱਚ ਸਨ। ਉਹਨਾਂ ਨੇ ਕਿਹਾ ਪਰਮਾਤਮਾ ਨੂੰ ਕਿਸੇ ਇੱਕ ਰੂਪ ਦੇ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ, ਇਹ ਉਸ ਦੇ ਅਪਮਾਨ ਦੇ ਸਮਾਨ ਹੈ। ਅਗਲੀ ਗੱਲ ਸੰਸਾਰਿਕ ਭਾਈਚਾਰਾ। ਤਾਂ ਗੁਰੂ ਨਾਨਕ ਦੇਵ ਜੀ
ਅਨੁਸਾਰ ਸਾਰੇ ਮਨੁੱਖ ਈਸ਼ਵਰ ਦੀ ਸੰਤਾਨ ਹਨ ਅਤੇ ਸਾਰਿਆਂ ਵਿੱਚ ਈਸ਼ਵਰ ਦੀ ਇੱਕ ਜੋਤ ਮੌਜੂਦ ਹੈ। ਤਾਂ ਗੁਰੂ ਸਾਹਿਬ ਦੀ ਨਜ਼ਰ ਵਿੱਚ ਨਾ ਹਿੰਦੂਆਂ ਔਰ ਨਾ ਮੁਸਲਮਾਨਾਂ ਵਿੱਚ ਕੋਈ ਅੰਤਰ ਸੀ। ਉਹਨਾਂ ਨੇ ਸਾਰਿਆਂ ਦੇ ਤੀਰਥ ਸਥਾਨਾਂ ਦੀ ਯਾਤਰਾ ਕੀਤੀ ਹੈ। ਮੱਕਾ, ਮਦੀਨਾ, ਬਗਦਾਦ ਵੀ ਉਹ ਗਏ ਔਰ ਹਰਿਦੁਆਰ ਵੀ ਉਹ ਗਏ, ਤਾਂ ਕਿ ਬਰਾਬਰੀ ਨਾਲ ਸਭ ਨੂੰ ਉਹਨਾਂ ਦੇ ਧਰਮਾਂ ਦੇ ਵਿੱਚ ਸਵੱਛਤਾ ਦੇ ਦਰਸ਼ਨ ਕਰਾਏ ਜਾ ਸਕਣ। ਅਗਲੀ ਗੱਲ ਜਿਹੜੀ ਉਹ ਕਹਿੰਦੇ ਨੇ ਨੈਤਿਕਤਾ ਅਤੇ ਸਮਾਜ ਸੇਵਾ। ਤਾਂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਪਵਿੱਤਰ ਜੀਵਨ ਬਤੀਤ ਕਰਨ, ਹਮੇਸ਼ਾ ਸੱਚ ਬੋਲਣ, ਝੂਠ ਅਤੇ ਧੋਖੇਬਾਜ਼ੀ ਤੋਂ ਦੂਰ ਰਹਿਣ, ਇਮਾਨਦਾਰੀ ਨਾਲ ਰੋਟੀ ਕਮਾਉਣ, ਕਿਰਤ ਕਰਨ, ਸੱਚ ਦੀ ਕਿਰਤ ਕਰਨ, ਸਾਰਿਆਂ ਲਈ ਪ੍ਰੇਮ, ਖਿਮਾ ਅਤੇ ਦਇਆ ਦਾ ਭਾਵ ਰੱਖਣ ਅਤੇ ਗਰੀਬਾਂ ਦੀ ਮਦਦ ਕਰਨ ਦਾ ਉਪਦੇਸ਼ ਜਿਹੜਾ ਹੈ ਉਹ ਦਿੱਤਾ ਹੈ। ਅਗਲੀ ਗੱਲ ਸਮਾਜ ਸੰਬੰਧੀ ਜਿਹੜੀ ਸਭ ਤੋਂ ਵਿਸ਼ੇਸ਼ ਹੈ, ਉਹਨਾਂ ਨੇ ਕਿਹਾ ਇਸਤਰੀ ਜਾਤੀ ਦੀ ਭਲਾਈ। ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਸਤਰੀਆਂ ਦੀ ਜਿਹੜੀ ਹਾਲਤ ਹੈ ਸਮਾਜ ਦੇ ਵਿੱਚ ਉਹ ਬਹੁਤ ਮਾੜੀ ਸੀ। ਉਹਨਾਂ ਦਾ ਜਿਹੜਾ ਲੈਵਲ ਹੈ ਸਮਾਜ ਦੇ ਵਿੱਚ ਬੜਾ ਨੀਵੇਂ ਦਰਜੇ ਦਾ ਸਥਾਨ ਉਹਨਾਂ ਨੂੰ ਹਾਸਲ ਸੀ। ਪਰਦਾ ਪ੍ਰਥਾ, ਸਤੀ ਪ੍ਰਥਾ, ਬਾਲ ਵਿਵਾਹ, ਬਹੁ ਵਿਵਾਹ ਆਦਿ ਪ੍ਰਣਾਲੀਆਂ ਜਿਹੜੀਆਂ ਕੁਪ੍ਰਥਾਵਾਂ ਪ੍ਰਚਲਿਤ ਸੀ, ਜਿਸ 'ਤੇ ਔਰਤਾਂ ਦਾ ਜਿਹੜਾ ਹਾਲ ਹੈ ਉਹ ਬਹੁਤ ਬੁਰਾ ਸੀ। ਉਹਨਾਂ ਦਾ ਸ਼ੋਸ਼ਣ ਜਿਹੜਾ ਸਮਾਜ ਵਿੱਚ ਬਹੁਤ ਹੋ ਰਿਹਾ ਸੀ। ਸਿੱਖਿਆ ਦਾ ਵੀ ਉਹਨਾਂ ਨੂੰ ਅਧਿਕਾਰ ਨਹੀਂ ਸੀ। ਤਾਂ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਨੂੰ ਸਮਾਨਤਾ ਦੀ ਗੱਲ ਕਹੀ। ਉਹਨਾਂ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਿਸ ਜੰਮੇ ਰਾਜਾਨ, ਜਿਸ ਨੇ ਰਾਜਿਆਂ ਨੂੰ, ਰਿਸ਼ੀਆਂ ਮੁਨੀਆਂ ਨੂੰ, ਅਵਤਾਰਾਂ ਨੂੰ ਪੈਦਾ ਕੀਤਾ ਹੈ, ਉਸ ਦਾ ਪੱਧਰ ਨੀਵਾਂ ਕਿਵੇਂ ਹੋ ਸਕਦਾ ਹੈ। ਰਾਜੇ ਨੂੰ, ਰਿਸ਼ੀ ਮੁਨੀ ਨੂੰ, ਦੇਵੀ ਦੇਵਤਾ ਨੂੰ ਜਨਮ ਦੇਣ ਵਾਲੀ ਇੱਕ ਔਰਤ ਹੁੰਦੀ ਹੈ, ਔਰ ਉਹ ਮਾੜੀ ਫਿਰ ਕਿਵੇਂ ਹੋ ਸਕਦੀ ਅਗਰ ਉਹ ਇੱਕ ਮਹਾਨ ਵਿਅਕਤੀਤਵ ਨੂੰ ਜਨਮ ਦਿੰਦੀ ਹੈ। ਤਾਂ ਇਹ ਕਹਿ ਕੇ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਭਲਾਈ ਵੱਲ ਵਿਸ਼ੇਸ਼ ਧਿਆਨ ਦਿੱਤਾ। ਅਗਲੀ ਗੱਲ ਜੀਵਨ ਦਾ ਜਿਹੜਾ ਅੰਤਿਮ ਉਦੇਸ਼ ਗੁਰੂ ਨਾਨਕ ਦੇਵ ਜੀ ਨੇ ਮੰਨਿਆ ਹੈ ਉਹ ਹੈ ਸੱਚਖੰਡ ਦੀ ਪ੍ਰਾਪਤੀ। ਤਾਂ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਨੁੱਖ ਦਾ ਜਿਹੜਾ ਉੱਚਤਮ ਉਦੇਸ਼ ਸੱਚਖੰਡ ਦੀ ਪ੍ਰਾਪਤੀ ਹੈ। ਜਪਜੀ ਸਾਹਿਬ ਦੀ 35, 36 ਅਤੇ 37ਵੀਂ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਅਧਿਆਤਮਿਕ ਉન્નਤੀ ਲਈ ਜਿਹੜੀਆਂ 5 ਅਵਸਥਾਵਾਂ ਦਾ ਵਰਣਨ ਕੀਤਾ ਹੈ, ਉਹਨਾਂ ਨੂੰ ਖੰਡ ਕਹਿੰਦੇ ਆ। ਇਹਨਾਂ 'ਚ ਕਿਹੜੀ ਅਵਸਥਾਵਾਂ ਨੇ? ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚਖੰਡ। ਸੱਚਖੰਡ ਅਧਿਆਤਮਿਕ ਉન્નਤੀ ਦੀ ਅੰਤਿਮ ਅਵਸਥਾ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਔਰ ਉਸ ਅਵਸਥਾ ਦੇ ਵਿੱਚ ਪਹੁੰਚ ਕੇ ਵਿਅਕਤੀ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਬੂੰਦ ਜਿਹੜੀ ਹੈ ਪਾਣੀ ਦੀ ਉਹ ਸਾਗਰ ਦੇ ਵਿੱਚ ਮਿਲ ਜਾਂਦੀ ਹੈ, ਔਰ ਦੋਵਾਂ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਅਜਿਹੀ ਅਵਸਥਾ ਵਿੱਚ ਪੁੱਜਣ ਵਾਲਾ ਵਿਅਕਤੀ ਗੁਰਮੁਖ ਵਿਅਕਤੀ ਬਣ ਜਾਂਦਾ ਹੈ। ਸੁੱਖ ਦੁੱਖ, ਮਿੱਤਰ ਦੁਸ਼ਮਣ, ਊਚ ਨੀਚ, ਪੁਰਖ ਇਸਤਰੀ, ਆਸ਼ਾ ਡਰ, ਨਿਰਾਸ਼ਾ ਆਦਿ ਦੇ ਭਾਵ ਨੂੰ ਉਹ ਭੁੱਲ ਜਾਂਦਾ ਹੈ, ਔਰ ਉਸ ਦੇ ਲਈ ਪਰਮਾਤਮਾ ਹੀ ਸਭ ਤੋਂ ਵਿਸ਼ੇਸ਼ ਹੁੰਦਾ। ਉਹਨੂੰ ਹਰ ਚੀਜ਼ 'ਚ ਪਰਮਾਤਮਾ ਦੇ ਦਰਸ਼ਨ ਜਿਹੜੇ ਨੇ ਉਹ ਹੁੰਦੇ ਨੇ, ਔਰ ਹਮੇਸ਼ਾ ਪ੍ਰਸੰਨ ਰਹਿੰਦਾ ਹੈ। ਇਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਗੱਲ ਆਪਾਂ ਅੱਜ ਕੀਤੀ ਹੈ। ਅੱਗੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਸਮਾਜਿਕ ਅਰਥ ਕੀ ਹੈ, ਕੀ ਉਹਨਾਂ ਦਾ ਪ੍ਰਭਾਵ ਜਿਹੜਾ ਹੈ ਉਹ ਵਿਸ਼ੇਸ਼ ਰੂਪ 'ਚ ਪਿਆ। ਤਾਂ ਅਸਲ ਵਿੱਚ ਸਿੱਖ ਮਤ ਧਾਰਮਿਕ ਸੁਧਾਰ ਦੇ ਨਾਲ ਨਾਲ ਇੱਕ ਸਮਾਜਿਕ ਅੰਦੋਲਨ ਵੀ ਸੀ, ਕਿਉਂਕਿ ਸਮਾਜ ਵਿੱਚ ਜਿੰਨੀਆਂ ਵੀ ਬੁਰਾਈਆਂ ਸਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਾਰਿਆਂ ਦੇ ਵਿਰੋਧ ਵਿੱਚ ਗੱਲ ਕੀਤੀ ਹੈ, ਔਰ ਉਹਨਾਂ ਦੇ ਉਪਦੇਸ਼ ਏਕ ਪਿਤਾ ਏਕਮ ਕੇ ਹਮ ਬਾਰਕ ਦੇ ਸਿਧਾਂਤ 'ਤੇ ਆਧਾਰਿਤ ਸਨ। ਉਹਨਾਂ ਨੇ ਆਪਣੇ ਉਪਦੇਸ਼ ਕਿਸੇ ਇੱਕ ਵਿਸ਼ੇਸ਼ ਵਰਗ ਲਈ ਨਹੀਂ ਦਿੱਤੇ, ਨਾ ਹਿੰਦੂਆਂ ਲਈ, ਨਾ ਮੁਸਲਮਾਨਾਂ ਲਈ, ਜਾਂ ਕਿਸੇ ਵੀ ਵਿਸ਼ੇਸ਼ ਇੱਕ ਲਈ। ਉਹਨਾਂ ਨੇ ਜੋ ਗੱਲ ਕੀਤੀ ਉਹ ਸਾਰਿਆਂ ਨਾਲ ਸਮਾਨਤਾ ਨਾਲ ਕੀਤੀ, ਔਰ ਉਹਨਾਂ ਨੇ ਇਵਨ ਕਿ ਨਾ ਅਮੀਰ ਗਰੀਬ, ਨਾ ਊਚ ਨੀਚ, ਨਾ ਔਰਤ ਮਰਦ ਦਾ ਕੋਈ ਭੇਦ ਕੀਤਾ। ਤਾਂ ਉਹਨਾਂ ਦਾ ਜਿਹੜਾ ਧਰਮ ਦਰਸ਼ਨ ਹੈ ਉਹ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ ਬੋ ਦੇ ਆਧਾਰ 'ਤੇ ਕੀਤੀ ਸੀ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਸਿਧਾਂਤ 'ਤੇ ਗੁਰੂ ਨਾਨਕ ਦੇਵ ਜੀ ਨੇ ਗੱਲ ਕੀਤੀ ਹੈ। ਸਾਰੀਆਂ ਜਾਤੀਆਂ ਧਰਮਾਂ ਵਿੱਚ ਸਮਾਜਿਕ ਸਮਾਨਤਾ ਸਥਾਪਿਤ ਕਰਨਾ ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਸੀ, ਔਰ ਇਸੇ ਉਦੇਸ਼ ਨੂੰ ਪੂਰਾ ਕਰਨ ਲਈ ਉਹਨਾਂ ਨੇ ਸੰਗਤ ਦੀ ਪ੍ਰਥਾ, ਪੰਗਤ ਦੀ ਪ੍ਰਥਾ, ਲੰਗਰ ਵਿਵਸਥਾ ਚਲਾਈ, ਤਾਂ ਕਿ ਕੁਰੀਤੀਆਂ ਨੂੰ ਸਮਾਜ ਵਿੱਚੋਂ ਦੂਰ ਕੀਤਾ ਜਾ ਸਕੇ ਔਰ ਸੱਚੇ ਸ਼ੁੱਧ ਧਰਮ ਦੇ ਸਰੂਪ ਦੀ ਸਥਾਪਨਾ ਜਿਹੜੀ ਹੈ ਉਹ ਸਮਾਜ ਵਿੱਚ ਕੀਤੀ ਜਾ ਸਕੇ। ਤਾਂ ਇਹ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਦਾ ਜ਼ਿਕਰ ਜਿਹੜਾ ਹੈ ਉਹ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੀਤਾ ਹੈ। ਪਿਆਰੇ ਵਿਦਿਆਰਥੀਓ, ਅਗਰ ਕਿਸੇ ਵੀ ਸ਼ਬਦ ਨੂੰ ਬੋਲਣ ਵਿੱਚ ਮੇਰੇ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ, ਕਿਉਂਕਿ ਬੜੀ ਮਹਾਨ ਸ਼ਖਸੀਅਤ ਦੀ ਗੱਲ ਆਪਾਂ ਕਰ ਰਹੇ ਹਾਂ, ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਰਹੇ ਹਾਂ, ਤਾਂ ਉਹਨਾਂ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦੇ ਹੋਏ ਹੋ ਸਕਦਾ ਕਿ ਕੋਈ ਗਲਤੀ ਹੋ ਗਈ ਹੋਵੇ, ਤਾਂ ਖਿਮਾ ਦਾ ਮੈਂ ਯਾਚਕ ਹਾਂ। ਅਗਲਾ ਜਿਹੜਾ ਆਪਾਂ ਟੌਪਿਕ ਕਰਾਂਗੇ ਇਸ ਲੈਸਨ ਦਾ ਉਹ ਹੈ ਗੁਰੂ ਨਾਨਕ ਦੇਵ ਜੀ ਇੱਕ ਸੁਧਾਰਕ, ਸਮਾਜ ਸੁਧਾਰਕ ਜਾਂ ਕ੍ਰਾਂਤੀਕਾਰੀ। ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ।
ਅਖੀਰ ਦੇ ਵਿੱਚ ਮੈਂ ਆਪ ਸਭ ਜੀ ਨੂੰ ਅਪੀਲ ਕਰੂੰਗਾ ਦੁਬਾਰਾ ਕਿ ਸਕੂਲ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਆਪਣੇ ਦੋਸਤਾਂ ਦੇ ਨਾਲ। ਜਿੰਨੇ ਵੀ ਘਰੇ ਮੋਬਾਈਲ ਨੇ ਸਾਰਿਆਂ ਤੋਂ ਲਾਈਕ ਕਰੋ ਔਰ ਸਾਰਿਆਂ ਤੋਂ ਸਬਸਕ੍ਰਾਈਬ ਵੀ ਕਰੋ, ਕਿਉਂਕਿ ਸਕੂਲ ਦੇ ਇਸ ਚੈਨਲ ਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੀ ਹੁਣ ਵੀਡੀਓਜ਼ ਪਾ ਰਹੇ ਹਾਂ ਜਿਨ੍ਹਾਂ ਦੀ ਤੁਹਾਡਾ ਮਨੋਰੰਜਨ ਵੀ ਹੁੰਦਾ ਹੈ। ਯਾਨੀ ਡਾਂਸ ਕਿਸ ਤਰ੍ਹਾਂ ਕਰ ਸਕਦੇ ਹਾਂ, ਮਾਸਕ ਕਿਸ ਤਰ੍ਹਾਂ ਬਣਾ ਸਕਦੇ ਹਾਂ, ਸਕੂਲ ਦੇ ਸੰਬੰਧਿਤ ਹੋਰ ਜਾਣਕਾਰੀ ਦੀਆਂ ਵੀਡੀਓਜ਼ ਪਾ ਰਹੇ ਹਾਂ, ਅਲੱਗ-ਅਲੱਗ ਸਬਜੈਕਟਸ ਦੀਆਂ ਵੀਡੀਓਜ਼ ਪਾ ਰਹੇ ਹਾਂ। ਤਾਂ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਅਗਲੀ ਵੀਡੀਓ 'ਚ। ਇੰਜੋਏ, ਸਟੇ ਹੋਮ, ਸਟੇ ਸੇਫ। ਥੈਂਕ ਯੂ।